मैं रमनदीप ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ TRL ਨਿਊਜ਼ ਦੇ ਖਾਸ ਪ੍ਰੋਗਰਾਮ ਫੇਸ ਟੂ ਫੇਸ ਦੇ ਵਿੱਚ। ਇਸ ਪ੍ਰੋਗਰਾਮ ਰਾਹੀਂ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਕੁਝ ਰਾਜਨੀਤਿਕ ਸ਼ਖਸੀਅਤ ਦੇ ਨਾਲ। ਅੱਜ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਰਾਹੀਂ ਮਿਲਾਉਣ ਜਾ ਰਹੇ ਹਾਂ ਪਠਾਨਕੋਟ ਹਲਕਾ ਦੇ ਪਿੰਡ ਫੁੱਲੜਾ ਦੇ ਬਹੁਤ ਹੀ ਕਾਬਿਲ ਸਰਪੰਚ ਪ੍ਰੀਤਮ ਚੰਦ ਜੀ ਨਾਲ। ਪ੍ਰੀਤਮ ਚੰਦ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਪ੍ਰੀਤਮ ਚੰਦ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਇਹ ਸਰਪੰਚ ਬਣਨ ਦਾ ਸਫ਼ਰ ਕਿਵੇਂ ਦਾ ਰਿਹਾ, ਕਿਵੇਂ ਤੁਸੀਂ ਸਰਪੰਚ ਬਣੇ ਕਰਦੇ? देखो जी, मैं सन 2002 ਦੇ ਵਿੱਚ ਪਹਿਲੀ ਵਾਰੀ ਸਰਪੰਚ ਬਣਿਆ ਜੀ। ਔਰ ਉਸ ਵੇਲੇ ਵੀ ਇਲੈਕਸ਼ਨ ਹੋਇਆ ਸੀ ਤੇ ਇਲੈਕਸ਼ਨ ਦੇ ਵਿੱਚ ਮੈਨੂੰ 72% ਵੋਟ ਮਿਲੇ, ਜਿਸ ਦੇ ਵਿੱਚ 5 ਸਾਲ ਕੰਮ ਕੀਤਾ, ਵਧੀਆ ਕੰਮ ਕੀਤਾ। ਸਭ ਤੋਂ ਪਹਿਲਾਂ ਸ਼ਮਸ਼ਾਨ ਘਾਟ ਦੀ ਉਸਾਰੀ ਕੀਤੀ, ਫਿਰ ਉਹਦਾ ਰਸਤਾ ਬਣਾਇਆ। ਉਹਦੇ ਬਾਅਦ 'ਚ 125 ਜਿਹੜੀ ਪੈਨਸ਼ਨ ਲਵਾਈ ਗਰੀਬ ਪਰਿਵਾਰਾਂ ਦੀ, ਵਿੱਚ ਵਿਧਵਾ, ਹੈਂਡੀਕੈਪ 125 ਪੈਨਸ਼ਨ ਲਵਾਈ ਸੀ। ਔਰ ਜਿਹਦੇ ਵਿੱਚ 80 ਕਾਰਡ ਜਿਹੜੇ ਮੈਂ ਰਾਸ਼ਨ ਕਾਰਡ ਬਣਵਾਏ ਸੀ ਜੀ। ਔਰ 80 ਕਾਰਡ ਰਾਸ਼ਨ ਕਾਰਡ ਦੇ ਬਣਾਏ ਔਰ 67 ਕਲਸ਼ਾਂ ਬਣਾਈ ਉਸ ਟਾਈਮ ਦੇ ਵਿੱਚ। ਮਤਲਬ ਕਾਫੀ ਕੰਮ ਜਿਹੜਾ ਮੈਂ ਉਹ 5 ਸਾਲ ਦੇ ਦੌਰਾਨ ਜਿਹੜਾ ਕੀਤਾ ਸੀ ਜੀ। ਅਤੇ ਉਸ ਤੋਂ ਬਾਅਦ 'ਚ ਫਿਰ ਮੇਰੀ ਧਰਮ ਪਤਨੀ ਜਿਹੜੀ ਉਹ ਸਰਪੰਚ ਬਣੀ। ਉਸ ਤੋਂ ਪਹਿਲਾਂ ਜਿਹੜੇ ਹਨ 5 ਸਾਲ ਬਾਅਦ 'ਚ ਫਿਰ ਜਦੋਂ ਮੈਂ ਸਰਪੰਚ ਰਿਹਾ, ਉਹਦੇ ਬਾਅਦ 5 ਸਾਲ ਬਾਅਦ 'ਚ ਫਿਰ ਮੈਂ ਇੱਕ ਵਾਰੀ ਸਹਿਮਤੀ ਨਾਲ ਵੀ ਸਰਪੰਚੀ ਜਿਹੜੀ ਆ ਕਿਸੇ ਨੂੰ ਦਿੱਤੀ। ਮੇਰਾ ਮਤਲਬ ਕਿ ਇੱਕ ਸੱਜਣ ਸੀ ਅਤੇ ਉਹ ਬੜਾ ਮੇਰੇ ਮਗਰ ਪਿਆ ਵੀ ਮੈਨੂੰ ਸ਼ੌਕ ਹੈ, ਅਤੇ ਉਹਨੂੰ ਮੈਂ ਸਹਿਮਤੀ ਨਾਲ ਹੀ ਸਰਪੰਚੀ ਦੇ ਦਿੱਤੀ। ਔਰ 5 ਸਾਲ ਉਹ ਵੀ ਬੜੇ ਵਧੀਆ ਕੱਟੇ ਅਸੀਂ। ਉਹਦੇ ਬਾਅਦ 'ਚ ਫਿਰ 5 ਸਾਲ ਦੇ ਬਾਅਦ 'ਚ ਫਿਰ ਮਤਲਬ ਕਿ ਮੈਨੂੰ ਸਰਪੰਚੀ ਦਾ ਮਤਲਬ ਕਿ ਘਰ ਵਾਲੀ ਜਿਹੜੀ ਉਹ ਲੇਡੀ ਸੀਟ ਆਈ। ਲੇਡੀ ਸੀਟ ਦੇ ਵਿੱਚ ਫਿਰ ਮੇਰੀ ਘਰ ਵਾਲੀ ਜਿਹੜੀ ਘਰ ਪਤਨੀ ਉਹ ਸਰਪੰਚ ਬਣੀ। ਔਰ ਜਿਹੜੇ ਉਸ ਟਾਈਮ ਦੇ ਵਿੱਚ ਜਿਹੜੇ ਪਿਛਲੇ 5 ਸਾਲ ਨਿਕਲੇ ਆ, ਉਸ ਟਾਈਮ ਦੇ ਵਿੱਚ ਕਾਫੀ ਆਪਣੇ ਪਿੰਡ ਦੀ ਡਿਵੈਲਪਮੈਂਟ ਜਿਹੜੀ ਹੋਈ ਆ। ਮਤਲਬ ਮੇਨ ਜਿਹੜੀ ਆ ਸਾਡੇ ਪਿੰਡ ਦੀ ਇੱਕ 22 ਫੁੱਟ ਦੀ ਫਿਰਨੀ ਜਿਹੜੀ ਚਫੇਰੇ ਪੈਂਦੀ ਜੀ, ਉਹ ਜਦ ਤੱਕ ਮਤਲਬ ਕਿ ਸਾਡਾ ਪਿੰਡ ਵਸਿਆ ਉਦੋਂ ਤੱਕ ਉਹ ਗਲੀ ਅੱਜ ਤੱਕ ਨਹੀਂ ਸੀ ਬਣੀ ਫਿਰਨੀ। ਔਰ ਪਿਛਲੇ ਪਲਾਨ ਦੇ ਵਿੱਚ ਮਤਲਬ ਕਿ ਉਹ ਸਾਰੀ ਦੋਨਾਂ ਸਾਈਡਾਂ ਦੇ ਉਹਦੇ ਨਾਲੇ ਬਣਾਏ ਗਏ ਆ। ਔਰ ਸੈਂਟਰ ਦੇ ਵਿੱਚ ਟਾਇਲ ਲਾ ਕੇ ਵਧੀਆ ਗਲੀ ਜਿਹੜੀ ਉਹ ਬਣਾਈ ਗਈ ਆ। ਔਰ ਨੰਬਰ 2 ਤੇ ਜਿਹੜੀ ਸਾਡੇ ਕਮਿਊਨਿਟੀ ਹਾਲ ਸੀ, ਇਹਦੀ ਬੜੀ ਪ੍ਰੋਬਲਮ ਸੀ ਪਿੰਡ ਦੇ ਵਿੱਚ। ਜਦ ਵੀ ਕੋਈ ਬਰਾਤ ਵਗੈਰਾ ਆਉਣੀ ਹੁੰਦੀ ਸੀ ਅਤੇ ਸਾਨੂੰ ਬਾਹਰ ਜਾਣਾ ਪੈਂਦਾ ਸੀ। ਕਾਫੀ ਜਿਹੜੇ ਕਿ ਅੱਜ ਕੱਲ੍ਹ ਪੈਸੇ ਖਰਚ ਹੁੰਦੇ ਆ ਪੈਸਿਆਂ ਦੇ ਵਿੱਚ, ਜਿਹਦੀ ਬਦੌਲਤ ਫਿਰ ਅਸੀਂ ਪਿਛਲੇ ਪਲਾਨ ਦੇ ਵਿੱਚ MLA ਨੂੰ ਸਿਫਾਰਿਸ਼ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਨਹੀਂ ਹੈ ਔਰ ਕਮਿਊਨਿਟੀ ਹਾਲ ਬਣਨਾ ਚਾਹੀਦਾ। ਜਿਸ ਦੇ ਦੌਰਾਨ ਸਾਨੂੰ 29,40,000 ਰੁਪਏ ਜਿਹੜਾ ਪੈਸੇ ਦੀ ਗ੍ਰਾਂਟ ਮਿਲੀ। ਉਹ ਫਿਰ ਅਸੀਂ ਪਲੱਸ ਜਿਹੜਾ ਇਹ ਮਤਲਬ ਕਿ ਕਮਿਊਨਿਟੀ ਹਾਲ ਜਿਹੜਾ ਬਹੁਤ ਵਧੀਆ ਬਣਾਇਆ ਔਰ ਉਹਦੀ ਚਾਰਦਵਾਰੀ ਵੀ ਕੀਤੀ ਹੈ। ਵਿੱਚ ਉਹਦੇ ਬੋਰ ਲਵਾ ਕੇ ਪਾਣੀ ਦਾ ਵੀ ਇੰਤਜ਼ਾਮ ਕੀਤਾ, ਲਾਈਟ ਵਗੈਰਾ ਸਭ ਠੀਕ ਠਾਕ, ਵਿੱਚ ਏਅਰ ਕੰਡੀਸ਼ਨ ਮਤਲਬ ਪੱਖੇ ਪੁੱਖੇ ਲਾ ਕੇ ਵਧੀਆ ਬਣਾਇਆ ਉਹ ਵੀ। ਔਰ ਜਿਹੜੀਆਂ ਪਿੰਡ ਦੇ ਵਿੱਚ ਜਿਹੜੀਆਂ ਵੀ ਗਲੀਆਂ ਸੀ ਥੋੜ੍ਹੀਆਂ ਬਹੁਤੀਆਂ ਰਹਿੰਦੀਆਂ ਸੀ, ਉਹ ਵੀ ਮਤਲਬ ਕਿ ਠੀਕ ਠਾਕ ਬਣੀਆਂ। ਔਰ ਇਸ ਟਾਈਮ ਦੇ ਵਿੱਚ ਵੀ ਜਿਹੜੀਆਂ ਫਲਸ਼ਾਂ ਜਿਹੜੀਆਂ 65 ਫਲਸ਼ਾਂ ਇਸ ਵਾਰੀ ਫਿਰ ਮੈਂ ਆਪਣੇ ਟਾਈਮ ਦੇ ਵਿੱਚ ਜਿਹੜੀਆਂ ਬਣਾਈਆਂ ਇਹਦੇ ਮਤਲਬ ਕਿ ਇਹਦੇ ਘਰ ਵਾਲੀ ਦੇ ਟਾਈਮ ਦੇ ਵਿੱਚ। ਔਰ ਪੈਨਸ਼ਨਾਂ ਵੀ ਜਿਹੜੀਆਂ ਫਿਰ ਮਤਲਬ ਕਿ ਟੁੱਟ ਗਈਆਂ ਸੀ, ਉਹ ਫਿਰ ਦੁਬਾਰਾ ਲਵਾਈਆਂ। ਅਤੇ ਰਾਸ਼ਨ ਕਾਰਡ ਵੀ ਜਿਹੜੇ ਸੀ ਉਹ ਵੀ ਪਹਿਲੀ ਵਾਰੀ 80 ਬਣੇ ਅਤੇ ਦੂਜੀ ਵਾਰੀ 77 ਕਾਰਡ ਜਿਹੜੇ ਸੀ ਉਹ ਬਣਾਏ। ਫਿਰ ਮਤਲਬ ਰਾਸ਼ਨ ਕਾਰਡ ਜਿਹੜੇ ਲੱਗੇ। ਪਹਿਲਾਂ ਵੀ ਥੋੜ੍ਹੇ ਬਹੁਤੇ ਹੈ 20-25 ਕਾਰਡ ਬਣਨਾ। ਹੁਣ ਅੱਗੇ ਜਿਹੜੀ ਹੈ ਕੋਈ ਉਹਦਾ ਸਕੀਮ ਨਹੀਂ ਆ ਰਹੀ, ਜਿਹਦੇ ਕਾਰਨ ਥੋੜ੍ਹੇ ਬਹੁਤੇ ਰਹਿੰਦੇ ਆ। ਬਾਕੀ ਸਾਰਾ ਕੰਪਲੀਟ ਕੰਮ ਹੋ ਚੁੱਕਿਆ। ਬਾਕੀ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਗਲੀਆਂ ਨਾਲੀਆਂ ਰਹਿੰਦੀਆਂ ਨੇ ਉਹ 'ਤੇ ਚੱਲਦਾ ਹੀ ਰਹਿੰਦਾ ਪ੍ਰੋਗਰਾਮ। ਬਾਕੀ ਹੁਣ ਮੈਨੂੰ ਆਪਣੇ ਟਾਈਮ ਦੇ ਵਿੱਚ ਫਿਰ ਜਿਹੜੇ ਹੁਣ ਮੇਰਾ ਪਲਾਨ ਆਇਆ 2 ਸਾਲ ਹੋ ਗਿਆ, ਇਹ ਦਸੰਬਰ ਨੂੰ 2 ਸਾਲ ਹੋ ਜਾਣੇ ਆ। ਔਰ ਉਸ ਟਾਈਮ 'ਤੇ ਜਿਹੜਾ ਇਲੈਕਸ਼ਨ ਹੋਇਆ ਮੇਰਾ ਉਹ ਇਸ ਤਰ੍ਹਾਂ ਦਾ ਹੋਇਆ ਕਿ ਪਹਿਲਾਂ ਕਹਿਣ ਲੱਗੇ ਵੀ ਪਿੰਡ ਦੇ ਵਿੱਚ ਸਹਿਮਤੀ ਕਰ ਲਓ। ਸਾਰੇ ਬੰਦੇ ਜਿੰਨੇ ਵੀ ਆਏ ਬੈਠਾ ਪਿੰਡ ਇਕੱਠੇ ਹੋਏ ਅਤੇ ਸਹਿਮਤੀ ਦੀ ਗੱਲ ਕੀਤੀ। ਸਹਿਮਤੀ ਦੇ ਵਿੱਚ ਜਿਹੜੇ ਮੈਂਬਰ ਪੰਚਾਇਤ ਸੀ ਉਹ ਇਹਨਾਂ ਚੁਣੇ ਗਏ, ਸਹਿਮਤੀ ਦੇ ਨਾਲ ਚੁਣ ਲਏ। ਬਾਕੀ ਜਿਹੜੀ ਸਰਪੰਚੀ ਸੀ ਉਹਦੀ ਸਹਿਮਤੀ ਨਹੀਂ ਹੋਈ, ਜਿਹਦੇ ਵਿੱਚ 2 ਮੈਂਬਰ ਪੰਚਾਇਤ ਸੀ ਜਿਹੜੇ ਉਹਨਾਂ ਨੇ ਇਲੈਕਸ਼ਨ ਲੜਿਆ ਆਪਣਾ। ਬਾਕੀ ਸੀ ਜਿਹੜੇ ਉਹ ਮੈਨੂੰ ਕਹਿਣ ਲੱਗੇ ਵੀ ਅਸੀਂ ਤੁਹਾਡੇ ਨਾਲ ਹਾਂ ਸਰਪੰਚ ਸਾਹਿਬ, ਅਸੀਂ
ਮਤਲਬ ਕਿ ਬਿਲਕੁਲ ਤੁਹਾਡੇ ਨਾਲ ਆ ਤੇ ਜੀ। ਤੁਹਾਡੇ ਨਾਲ ਹੀ ਰਹਾਂਗੇ। ਜੀ ਜਿਸੇ ਕਾਰਨ ਮੈਂ ਉਹਨਾਂ ਦੇ ਖਿਲਾਫ ਇਲੈਕਸ਼ਨ ਨਹੀਂ ਲੜਾਇਆ ਜੀ ਤੇ ਜਦ ਤੱਕ ਫਾਈਲਾਂ ਨਹੀਂ ਭਰੀਆਂ ਅੱਜ ਤੱਕ ਮੇਰੇ ਨਾਲ ਰਹੇ ਹੋ ਜੀ। ਕਿ ਅਸੀਂ ਤੁਹਾਡੇ ਨਾਲ ਆ। ਜਿਸ ਵੇਲੇ ਫਾਈਲਾਂ ਭਰੀਆਂ ਗਈਆਂ ਤੇ ਉਹਦੇ ਬਾਅਦ ਚ ਫਿਰ ਉਹ ਜਿਹੜੇ ਇੱਕ ਸਾਈਡ ਤੇ ਚਲੇ ਗਏ ਜੀ। ਔਰ ਵਿਸ਼ਵਾਸਘਾਤ ਕੀਤਾ ਉਹਨਾਂ, ਮਤਲਬ ਮੈਨੂੰ ਨਹੀਂ ਸੀ ਉਹਨਾਂ ਦੇ ਦਿਲ ਦੀ ਗੱਲ ਕਿ ਇਹਨਾਂ ਦੇ ਕਾਰਨ ਕੀ ਬਣਿਆ ਕਿ ਹਾਂ, ਉਹ ਵੀ- ਤੁਹਾਡੇ ਨਾਲ ਮਤਲਬ ਵੱਖ ਹੋ ਕੇ ਉਹਨਾਂ ਨੇ ਤੁਹਾਡੀ ਜਿਹੜੀ ਪੰਚਾਇਤ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ? ਕਾਰਨ ਕੀ ਹੈ? ਕਾਰਨ ਮੈਨੂੰ ਕੋਈ ਸਮਝ ਨਹੀਂ ਲੱਗਦੀ ਕਿ ਜਾਂ ਤੇ ਉਹ ਇਹ ਸੋਚ ਰਹੇ ਨੇ ਕਿ ਪਿੰਡ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਇਹਨਾਂ ਦੀ ਸੋਚ ਕੀ ਹੈ ਵੀ ਨਹੀਂ ਹੋਣੀ ਚਾਹੀਦੀ, ਜਾਂ ਅਸੀਂ ਆਪ ਖੁਦ ਕਰਵਾਉਂਦੇ ਕੋਈ ਆਪਣੇ ਮਤਲਬ ਆਪਣੇ ਨਾਂ ਤੇ ਕੁਝ ਬਣਾਉਣਾ ਚਾਹੁੰਦੇ ਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਇਹ ਕੀ ਚਾਹੁੰਦੇ ਸੀ। ਜਦ ਕਿ ਮੈਂ ਪਿਛਲੇ ਪਲਾਨ ਦੇ ਵਿੱਚ ਇੰਨਾ ਕੰਮ ਕਰਵਾਉਣ ਦੇ ਬਾਵਜੂਦ ਵੀ ਦੇਖੋ ਜੀ ਇੱਥੇ ਚੀਫ ਮਿਨਿਸਟਰ ਆਏ ਸੀ ਜੀ ਪਿਛਲੇ ਪਲਾਨ ਦੇ ਵਿੱਚ। ਸਾਡੇ ਇਸ ਪਿੰਡ ਦੇ ਵਿੱਚ ਚੀਫ ਮਿਨਿਸਟਰ ਨੇ ਆ ਕੇ ਤੇ ਉਦਘਾਟਨ ਕੀਤਾ ਸੀ ਕਮਿਊਨਿਟੀ ਹਾਲ ਦਾ। ਜੀ ਔਰ ਮੈਨੂੰ ਚੰਡੀਗੜ੍ਹ ਤੋਂ ਅਵਾਰਡ ਮਿਲਿਆ ਸੀ ਸਾਡੀ ਘਰ ਵਾਲੀ ਨੂੰ। ਜੀ ਚੰਡੀਗੜ੍ਹ ਤੋਂ ਅਵਾਰਡ ਮਿਲਿਆ 3 ਲੱਖ ਦਾ ਇਨਾਮ, ਜੀ ਜਿਹੜਾ ਕਿ ਚੰਡੀਗੜ੍ਹੋਂ ਲਿਆ ਕੇ ਤੇ ਫਿਰ ਇੱਥੇ ਅਸੀਂ ਉਹ ਵੀ ਆਪਣੀ ਪਿੰਡ ਦੀ ਡਿਵੈਲਪਮੈਂਟ ਵਾਸਤੇ ਜੀ ਕੀਤਾ। ਇਹ ਪਿਛਲੇ ਪਲਾਨ ਦੀ ਗੱਲ ਹੈ। ਜੀ ਔਰ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਇਹਨਾਂ ਨੂੰ ਐਲਰਜੀ ਹੈਗੀ ਹੈ ਕਿ ਨਹੀਂ। ਅਜੇ ਤੱਕ ਮੈਨੂੰ ਕੋਈ ਸਮਝ ਨਹੀਂ ਲੱਗੀ। ਮੇਰੇ ਉੱਤੇ ਵਿਸ਼ਵਾਸ ਕਰ ਹੋਇਆ ਅਗਰ ਮੈਨੂੰ ਇਹ ਕਿਤੇ ਪਹਿਲਾਂ ਪਤਾ ਹੁੰਦਾ ਵੀ ਇਹਨਾਂ ਨੇ ਇਦਾਂ ਦੀ ਗੱਲ ਕਰਨਾ ਮੈਂ ਇਲੈਕਸ਼ਨ ਕਰਵਾ ਦਿੰਦਾ। ਜੀ ਇਹ ਚਲੋ ਪਤਾ ਲੱਗ ਜਾਂਦਾ ਵੀ ਮੇਰੇ ਪਿੱਛੇ ਕੀ ਹੈ ਤੇ ਇਹਨਾਂ ਦੇ ਪਿੱਛੇ ਕੀ ਹੈ। ਜੀ। ਠੀਕ ਹੈ। ਔਰ ਮੈਂ ਇਲੈਕਸ਼ਨ ਨਹੀਂ ਕਰਵਾਇਆ ਉਹਨਾਂ ਦਾ। ਤੇ ਸਰ ਹੁਣ ਜਿਹੜੀ ਤੁਹਾਡਾ ਹੁਣ ਜਿਹੜਾ ਸੈਸ਼ਨ ਚੱਲ ਰਿਹਾ ਜਿਹੜਾ, ਤੇ ਇਹਦੇ ਵਿੱਚ ਤੁਸੀਂ ਕਿੰਨੇ ਕੁ ਕੰਮ ਕਰਵਾ ਚੁੱਕੇ ਹੋ? ਦੇਖੋ ਜੀ ਜਿਹੜਾ ਤੇ ਮੇਰਾ ਪਲਾਨ ਬਣਿਆ ਇਹਦੇ ਵਿੱਚ ਤੇ ਜਦੋਂ ਦੇ ਮੈਂਬਰ ਮੇਰੇ ਨਾਲ ਲੱਗੇ ਆ ਜੀ ਇਹਨਾਂ ਨੇ ਤੇ ਕੋਈ ਕੰਮ ਨਹੀਂ ਕੀਤਾ ਤੇ ਨਾ ਹੀ ਕਰਵਾਉਣ ਦੇ ਆ। ਇਹਨਾਂ ਨੇ ਮਤਲਬ ਕਿ ਇੱਕ ਆਪਣਾ ਕੋਰਮ ਦੇ ਤੌਰ ਤੇ ਇੱਕ ਅਲੱਗ ਹੋ ਗਿਆ ਕਿ ਸਾਡਾ ਕੋਰਮ ਹੈ ਤੇ ਤੇ ਕੋਰਮ ਕੰਮ ਕਰਵਾ ਰਿਹਾ ਪਿੰਡ ਦੇ ਵਿੱਚ? ਕੋਈ ਕੰਮ ਨਹੀਂ ਹੋ ਰਿਹਾ। ਕਿਉਂ ਮਤਲਬ ਕਿ ਪਿੱਛੋਂ ਗ੍ਰਾਂਟਾਂ ਨਹੀਂ ਆ ਰਹੀਆਂ ਜਾਂ ਪਿੰਡ ਦੇ ਵਿੱਚ ਕੋਈ ਇਸ਼ੂ ਚੱਲ ਰਿਹਾ? ਪਿੱਛੋਂ ਵੀ ਗ੍ਰਾਂਟ ਨਹੀਂ ਆਈ ਵੈਸੇ ਜੀ। ਤੇ ਜਿਹੜੀ ਥੋੜੀ ਬਹੁਤੀ ਆਈ ਵੀ ਹੈ ਆ ਜੀ। ਉਹ ਇਹਨਾਂ ਨੇ ਨਹੀਂ ਲੱਗਣ ਦਿੱਤੀ। ਤੇ ਤੁਹਾਡੇ ਹਿਸਾਬ ਨਾਲ ਜਿਹੜੀ ਸਰਕਾਰ ਹੈ, ਕੈਪਟਨ ਦੀ ਸਰਕਾਰ ਹੈ, ਉਹ ਕਿਹੋ ਜਿਹਾ ਕੰਮ ਕਰ ਰਹੀ ਹੈ ਪਿੰਡਾਂ ਦੀ ਡਿਵੈਲਪਮੈਂਟ ਦੇ ਵਿੱਚ ਤੁਹਾਡੇ ਇਸ ਕਾਰਜਕਾਲ ਦੇ ਸਮੇਂ ਦੇ ਵਿੱਚ? ਦੇਖੋ ਜੀ ਕਾਰਜ ਤੇ ਮਤਲਬ ਕਿ ਅਸੀਂ ਤੇ ਆਪਣਾ ਦੇਖਣਾ ਕਿ ਸਾਡੇ ਪਿੰਡ ਦੇ ਵਿੱਚ ਕੀ ਹੋਇਆ। ਜੀ ਠੀਕ ਹੈ ਨਾ। ਜੋ ਸਾਡੇ ਪਿੰਡ ਦੇ ਵਿੱਚ ਹੋਇਆ ਉਹ ਤੇ ਇਹੀ ਆ ਕਿ ਮੈਂ 2 ਸਾਲ ਤੋਂ ਦੇਖਣ ਡਿਆ ਗ੍ਰਾਂਟ ਜਿਹੜੀ ਥੋੜੀ ਬਹੁਤੀ ਆਈ ਵੀ ਹੈ, ਇਹ ਨਹੀਂ ਕਿ ਨਹੀਂ ਆਈ ਹੈ ਜੀ। ਲੇਕਿਨ ਇਹ ਸਾਡੇ ਜਿਹੜੇ ਮੈਂਬਰ ਪੰਚਾਇਤਾਂ ਨੇ ਇਹਨਾਂ ਨੇ ਲੱਗਣ ਨਹੀਂ ਦਿੱਤੀ। ਤੇ ਤੁਸੀਂ ਜਦੋਂ ਮੈਨੀਫੈਸਟੋ ਸੀਗਾ ਕਾਂਗਰਸ ਸਰਕਾਰ ਦਾ ਇਲੈਕਸ਼ਨ ਤੋਂ ਪਹਿਲਾਂ, ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਪਿੰਡ-ਪਿੰਡ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿਵਾਵਾਂਗੇ। ਹਾਂਜੀ ਤੇ ਉਹਦੇ ਚੱਲਦੇ ਇਹ ਆਪਣੇ ਪਠਾਨਕੋਟ ਦੇ ਵਿੱਚ ਇੱਕ ਪੈਪਸੀ ਦੀ ਫੈਕਟਰੀ ਖੁੱਲੀ ਹੈ। ਹਾਂਜੀ ਤੇ ਉਸ ਪੈਪਸੀ ਦੀ ਫੈਕਟਰੀ ਜਿਹਨਾਂ ਨੇ ਵਾਅਦਾ ਕੀਤਾ ਸੀ ਕਿ ਆਪਣੇ ਇਲਾਕੇ ਦੇ ਪਠਾਨਕੋਟ ਇਲਾਕੇ ਦੇ ਨੌਜਵਾਨਾਂ ਨੂੰ ਕੰਮ ਦਿੱਤਾ ਜਾਵੇਗਾ, ਰੋਜ਼ਗਾਰ ਦਿੱਤਾ ਜਾਵੇਗਾ। ਹਾਂਜੀ। ਤੇ ਤੁਹਾਡੇ ਪਿੰਡ ਦੇ ਨੌਜਵਾਨਾਂ ਨੂੰ ਕਿੰਨਾ ਕੁ ਰੋਜ਼ਗਾਰ ਮਿਲਿਆ ਹੈ? ਸਾਡੇ ਪਿੰਡ ਦੇ ਨੌਜਵਾਨਾਂ ਨੂੰ ਤੇ ਕੋਈ ਰੁਜ਼ਗਾਰ ਨਹੀਂ ਮਿਲਿਆ ਜੀ ਉਸ ਫੈਕਟਰੀ ਕੋਈ ਰੋਜ਼ਗਾਰ ਨਹੀਂ ਮਿਲਿਆ? ਕੋਈ ਬੰਦਾ ਕੋਈ ਨਹੀਂ ਹੋਰ ਸਰਕਾਰੀ ਸੈਕਟਰ ਦੇ ਵਿੱਚ ਉਹ- ਕੈਪਟਨ ਦੀ ਸਰਕਾਰ ਆਉਣ ਤੋਂ ਬਾਅਦ ਤੁਹਾਡੇ ਪਿੰਡ ਦੇ ਮੁੰਡੇ ਰੋਜ਼ਗਾਰ ਲੱਗੇ ਹੋਣ? ਰੁਜ਼ਗਾਰ ਜੀ ਦੇਖੋ ਥੋੜੇ ਬਹੁਤੇ ਬੱਚੇ ਜਿਹੜੇ ਆ ਉਹ ਮਤਲਬ ਕਿ ਆਰਮੀ ਦੇ ਵਿੱਚ ਹੋਏ ਆ, ਦੌੜਾਂ ਦੇ ਵਿੱਚ ਹੋਏ ਆ ਤੇ ਬਾਕੀ ਪੈਪਸੀ ਦੇ ਵਿੱਚ ਜਾਣ ਵਾਸਤੇ ਗਏ ਵੀ ਆਏ ਸੀ ਉੱਥੇ ਜੀ। ਤੇ ਉੱਥੇ ਗੱਲਬਾਤ ਹੋਈ ਵੀ ਸੀ ਵੀ ਚਲੋ ਉਹਨਾਂ ਨੇ ਦੱਸਿਆ ਸੀ ਤੇ ਇੱਥੇ ਆ ਕੇ ਤੇ ਆਪਣੇ ਨਵੇਂ ਫੈਕਟਰੀ ਦੇ ਵਿੱਚ ਆਓ ਤੇ ਤੁਹਾਨੂੰ ਮਤਲਬ ਕਿ ਰੱਖੀਏ। ਪਰ ਉੱਥੇ ਕੋਈ ਤਨਖਾਹ ਘੱਟ ਹੋਣ ਦੇ ਕਾਰਨ ਫਿਰ ਇਹਨਾਂ ਬੱਚਿਆਂ ਨੇ ਸੋਚਿਆ ਵੀ ਜਿੰਨਾ ਇਹ ਉੱਥੇ ਮਤਲਬ ਕਿ ਮੋਟਰਸਾਈਕਲ ਤੇ ਜਾ ਕੇ ਤੇਲ ਪਾਣੀ ਦਾ ਖਰਚਾ ਆ ਉਹ ਪੂਰਾ ਨਹੀਂ ਹੋ ਸਕਦਾ। ਇਹਦੀ ਵਜ੍ਹਾ ਕਾਰਨ ਤਨਖਾਹ ਘੱਟ ਦੇ ਕਾਰਨ ਥੋੜ੍ਹੇ ਜਿਹੜੇ ਬੱਚੇ ਉਹ ਨਹੀਂ ਉੱਥੇ ਜਾ ਪਾਏ। ਨਹੀਂ, ਮੈਂ ਪਿੱਛੇ ਜੇ ਆਪਾਂ ਸਰਵੇ ਕੀਤਾ ਪਿੰਡ ਜਾ ਕੇ ਲੋਕ ਪਿੰਡਾਂ ਦੇ ਲੋਕੀ ਤਰਸ ਰਹੇ ਨੇ ਕਿ ਸਾਨੂੰ ਚਲੋ ਛੋਟੀ ਮੋਟੀ ਨੌਕਰੀ ਹੈ ਕਿ ਮਿਲ ਸਕੇ, ਪਰ ਕੀ ਕਾਰਨ ਬਣ ਰਿਹਾ ਕਿ ਜਿਹੜੀ ਪੈਪਸੀ ਦੀ ਫੈਕਟਰੀ ਆ ਉਹ ਲੋਕਲ ਨਹੀਂ ਰੱਖ ਰਹੀ ਹੈ? ਲੋਕਲ ਨਹੀਂ ਰੱਖ ਰਹੀ, ਉਹ ਬਹੁਤ ਘੱਟ ਰੱਖ ਰਹੇ ਹਨ ਜਦ ਕਿ ਉਹ ਤਾਂ ਬਾਹਰ ਦੇ ਬੰਦੇ ਹੋ ਰਹੇ ਨੇ। ਬਾਹਰ ਦੇ ਬੰਦੇ ਜੀ। ਹਾਂਜੀ। ਇਹਦੇ ਪਿੱਛੇ ਕਾਰਨ ਤੁਸੀਂ ਦੱਸ ਸਕਦੇ ਕੀ ਹੋ ਸਕਦਾ? ਕਾਰਨ ਤੇ ਜੀ ਹੁਣ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਕੀ ਗੱਲ ਹੈ ਤੇ ਕੀ ਨਹੀਂ। ਜੀ। ਤੇ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਕੈਪਟਨ ਦੀ ਸਰਕਾਰ ਹੈ ਓਵਰਆਲ ਕਿਵੇਂ ਦਾ ਵਰਕ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ, ਤੁਹਾਡੇ ਨਜ਼ਰੀਏ ਦੇ ਵਿੱਚ ਕਿਵੇਂ ਦਾ ਕੰਮ ਕਰ ਰਹੀ ਹੈ? ਦੇਖੋ ਜੀ ਕੰਮ ਤੇ ਜਿਹੜੇ ਹੋ ਰਹੇ ਨੇ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ। ਉਤੋਂ ਤੇ ਹੁਣ ਵਾਅਦੇ ਦੇਣਾ ਇਹ ਵੀ ਕੀਤੇ ਸੀ ਵੀ ਠੀਕ ਹੈ ਵੀ ਅਸੀਂ ਰੁਜ਼ਗਾਰ ਵੀ ਦੇਵਾਂਗੇ ਤੇ ਨੌਕਰੀਆਂ ਵੀ ਦੇਵਾਂਗੇ ਜੀ। ਤੇ ਰੁਜ਼ਗਾਰ ਤੇ ਹੁਣ ਇੱਦਾਂ ਜਿੱਦਾਂ ਵੀ ਇਹਨਾਂ ਪੈਸੀ ਦੀ ਫੈਕਟਰੀ ਖੋਲ੍ਹੀ ਸੀ ਤੇ ਉਹਦੇ ਵਿੱਚ ਵੀ ਫਿਰ ਜੇ ਬੰਦੇ ਬਾਹਰੋਂ ਰੱਖੇ ਤੇ ਫਿਰ ਆਪਣੇ ਲੋਕਾਂ ਨਾਲ ਕੋਈ ਫਾਇਦਾ ਫੈਕਟਰੀ ਖੋਲ੍ਹਣ ਦਾ ਵੀ ਫਾਇਦਾ ਨਹੀਂ ਹੈ ਸਾਡੇ।
ਠੀਕ ਹੈ ਨਾ ਜੀ। ਤੇ ਬਾਕੀ ਹੁਣ ਦੇਖੋ ਕਿ ਕਹਿ ਰਹੇ ਨੇ ਵੀ ਸਰਕਾਰੀ ਨੌਕਰੀਆਂ ਮਤਲਬ ਕਿ ਕਹਿ ਰਹੇ ਨੇ ਵੀ ਅਸੀਂ ਹੋ ਰਹੀਆਂ ਜੀ। ਤੇ ਉਹਦੇ ਵਿੱਚ ਦੇਖੋ ਹੁਣ ਜੀ ਤੇ ਸਰ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਸਾਡੇ ਇਸ ਏਰੀਏ ਦਾ, ਕਿਹੜਾ ਨੰਗਲ ਤੋਂ ਲੈ ਕੇ ਮਿਰਖਲ ਦੇ ਲੋਕ ਜਿਹੜੇ ਵਿੱਚ ਪਿੰਡ ਵੀ ਪੈਂਦੇ ਹਨ, ਉਹਨਾਂ ਦੇ ਜਿਹੜੇ ਮੇਨ ਰੋਡ ਹੈਗਾ ਨਾ ਤਾਂ ਲਿੰਕ ਰੋਡ ਨੰਗਲ ਤੋਂ ਮਿਰਖਲ ਤੱਕ ਦਾ, ਇਹਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। 3 ਸਾਲ ਪਿਛਲੇ 3 ਸਾਲਾਂ ਤੋਂ ਲੋਕੀ ਬਹੁਤ ਪਰੇਸ਼ਾਨ ਨੇ, ਤੇ ਤੁਸੀਂ ਇਹਨੂੰ ਠੀਕ ਕਰਵਾਉਣ ਲਈ ਕਿੰਨੀ ਕੀ ਹਿੰਮਤ ਕਰ ਰਹੇ ਹੋ ਸਰਕਾਰ ਦੇ ਅੱਗੇ, ਕੀ ਤੁਸੀਂ ਆਪਣੀ ਮੰਗਾਂ ਰੱਖ ਰਹੇ ਹੋ? ਮੰਗਾਂ ਤੇ ਦੇਖੋ ਜੀ, ਮੈਂ ਤੇ ਇੱਕ ਵਾਰੀ ਆਏ ਸੀ ਇਸ ਮਹਿਕਮੇ ਵਾਲੇ PWD ਵਾਲੇ ਨਹੀਂ ਮੰਡੀ ਬੋਰਡ ਵਾਲੇ ਆਏ, ਮੰਡੀ ਬੋਰਡ ਵਾਲੇ ਆਏ ਸੀ ਤੇ ਮੈਂ ਉਸ ਵੇਲੇ ਨੰਬਰ ਲੱਗਾ ਜੀ ਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਜਾਓ ਸਰਪੰਚ ਜੀ ਆਪਣਾ ਨਜ਼ਦੀਕੀ ਤੇ ਉਹ ਕੰਮ ਦਾ ਸਰਪੰਚ ਤੁਸੀਂ ਜਾਓ ਇਹਨਾਂ ਦੇ ਨਾਲ ਤੇ ਇਹਨਾਂ ਦਾ ਸਰਵੇ ਕਰਾਓ ਜੀ। ਪਰ ਮੇਰੇ ਨਾਲ ਮਿਸਤਰੀ ਮੁੰਡਾ ਜੀ ਇੱਕ ਜੀ। ਅਸੀਂ ਦੋਨੋਂ ਜਣੇ ਬੈਠੇ ਉਹਨਾਂ ਦੀ ਗੱਡੀ ਵਿੱਚ, ਉਹਨਾਂ ਦੱਸੀ ਅਸੀਂ ਕੰਡੀਸ਼ਨ ਸਾਰੀ ਸੜਕ ਦੀ ਜੀ। ਤੇ ਫਿਰ ਅਸੀਂ ਗਏ ਤੋਂ ਘੇਬੇ ਤੱਕ ਗਏ ਜੀ। ਅਸੀਂ ਤੇ ਮੈਂ ਦੱਸਿਆ ਆਪਣਾ ਪਿੰਡ ਵੀ ਦੱਸਿਆ ਜੀ। ਕਿ ਆ ਦੇਖੋ ਰੋਡ ਕਿੱਦਾਂ ਦਾ ਟੁੱਟਿਆ ਫੁੱਟਿਆ ਜੋ ਵੀ ਹੈ ਆ। ਜੀ। ਹੁਣ ਇਹੀ ਗੱਲ ਕਹੀ ਵੀ ਜਿਹੜੀ ਥੋੜੀ ਡਾਊਨ ਜਗ੍ਹਾ ਹੋਏਗੀ ਉੱਥੇ ਅਸੀਂ ਮਤਲਬ ਕਿ ਭਰਤ ਪਾ ਕੇ ਤੇ ਇਹਨੂੰ ਬਰਾਬਰ ਕਰਾਂਗੇ। ਜੀ। ਬਾਕੀ ਪਿੰਡ ਦਾ ਸਾਡਾ ਨਾਲਾ ਵੀ ਜਿਹੜਾ ਸਾਰਾ ਟੁੱਟਿਆ ਫੁੱਟਿਆ ਹੈ ਜੀ। ਤੇ ਉਹ ਵੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਵੀ ਬਣਨਾ ਚਾਹੀਦਾ। ਜੀ। ਤੇ ਕਹਿੰਦੇ ਕੋਈ ਨਹੀਂ ਇਹ ਵੀ ਬਣੂਗਾ। ਇੱਕ ਦੀ ਜਿਹੜੀ ਸੜਕ ਹੈ ਅੱਗੇ 11 ਫੁੱਟ ਦੀ ਹੈ ਤੇ ਇਹਨੂੰ ਵਧਾ ਕੇ ਅਸੀਂ 16.5 ਜਾਂ 18 ਮਤਲਬ ਜਿਹੜੀ ਹੈ ਇਹਦੇ ਵਿੱਚ ਕੰਕਰੀਟ ਪਾਵਾਂਗੇ 18 ਫੁੱਟ ਦੇ ਵਿੱਚ। ਜੀ। ਬਾਕੀ ਜਿਹੜੀ 22 ਫੁੱਟ ਪੂਰੀ ਅਸੀਂ ਮਤਲਬ ਕਿ 22 ਫੁੱਟ ਜਿਹੜਾ ਲੋਕਾਂ ਨੂੰ ਛਡਾਵਾਂਗੇ ਜੀ। ਤੇ ਬਾਕੀ 18 ਫੁੱਟ ਦੇ ਵਿੱਚ ਜਿਹੜੀ ਅਸੀਂ ਲੋਕਾਂ ਨੂੰ ਸੜਕ ਬਣੇਗੀ। ਠੀਕ ਹੈ। ਔਰ ਸਰਵੇ ਕਰਾਇਆ ਨਾ ਜਿਹੜੇ ਘੇਬੇ ਪੁੱਜਿਆ ਘੇਬੇ ਤੱਕ ਮੈਂ ਸਾਰੇ ਨਾਲਾਂ ਨੂੰ ਦੱਸਿਆ ਵੀ ਇਹ ਜਿਹੜਾ ਟੋਟਲ ਹੈਗਾ ਦੋਨਾਂ ਸਾਈਡਾਂ ਤੇ ਇਹੀ ਕਾਰਨ ਹੈ ਕਿ ਜਿਹੜਾ ਪਾਣੀ ਵਿੱਚ ਜਾਂਦਾ ਸੜਕ ਦੇ ਤੇ ਉਹ ਟੁੱਟਦਾ ਜੀ। ਤੇ ਸਾਈਡਾਂ ਦੇ ਨਾਲੇ ਵੀ ਬਣਨੇ ਚਾਹੀਦੇ ਆ। ਜੀ। ਜਦੋਂ ਘੇਬੇ ਤੱਕ ਗਿਆ ਤਾਂ ਉੱਥੇ ਫਿਰ ਉਹਨਾਂ ਨੂੰ ਕੋਈ ਫੋਨ ਹੋ ਗਿਆ ਵਾਪਸ ਜਾਣ ਵਾਸਤੇ ਜੀ। ਤੇ ਉਹ ਫਿਰ ਵਾਪਸ ਚਲੇ ਗਏ ਨੇ। ਔਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਇਹਦਾ ਸੜਕ ਦਾ ਜਿਹੜਾ ਸੜਕ ਦੀ ਮਤਲਬ ਕਿ ਹੋਣ ਦੇ ਬਾਅਦ ਤੇ ਸੜਕ ਜਿਹੜੀ ਜਲਦੀ ਬਣ ਜਾਏਗੀ। ਉਹ ਲੇਕਿਨ ਅਜੇ ਤੱਕ ਕੋਈ ਸਾਨੂੰ ਉਹਦਾ ਮਿਲਿਆ ਨਹੀਂ ਕੋਈ ਹਿਸਾਬ ਦਾ। ਤੇ ਸਰ ਇੱਕ ਆਪਣੇ ਪੰਜਾਬ ਦੇ ਵਿੱਚ ਦੇਖਿਓ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦਾ ਬਹੁਤ ਰੁਝਾਨ ਹੈ, ਤੇ ਤੁਹਾਡੇ ਪਿੰਡ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ? ਨੌਜਵਾਨ ਕਿਸ ਪਾਸੇ ਜ਼ਿਆਦਾ ਧਿਆਨ ਦੇ ਰਹੇ, ਨਸ਼ਿਆਂ ਵਾਲੇ ਪਾਸੇ ਹੈਗੇ ਆ ਜਾਂ ਖੇਡਾਂ ਵਾਲੇ ਪਾਸੇ ਜ਼ਿਆਦਾ ਹੈ? ਦੇਖੋ ਸਾਡੇ ਪਿੰਡ ਦੇ ਵਿੱਚ ਤਕਰੀਬਨ ਜਿਹੜਾ ਨਾ ਬੜਾ ਘੱਟ ਹੀ ਹੈ ਨਸ਼ਿਆਂ ਦਾ ਹਿਸਾਬ ਕਿਤਾਬ। ਜੀ। ਬਾਕੀ ਸਾਡੇ ਲਾਗੇ ਹੁਣ ਹਿਮਾਚਲ ਪ੍ਰਦੇਸ਼ ਪੈਂਦਾ ਜੀ। ਤੇ ਇਹਦੇ ਵਿੱਚ ਤੇ ਕਾਫੀ ਮਤਲਬ ਕਿ ਇਹਨਾਂ ਨੂੰ ਜਿਹੜੀ ਆ ਉੱਥੋਂ ਲਿਫਟ ਮਿਲਦੀ ਹੈਗੀ ਆ ਜੀ। ਲੋਕਾਂ ਨੂੰ ਵੀ ਉੱਥੋਂ ਜਿਹੜੀ ਆ ਕਾਫੀ ਨਸ਼ਾ ਲੈ ਕੇ ਜਾਂ ਪਠਾਨਕੋਟ ਹੈ ਉੱਥੋਂ ਵੀ ਨਸ਼ਾ ਲੈ ਕੇ ਨਿਕਲਦੇ ਆ। ਲੇਕਿਨ ਆਪਣੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਮੇਰੇ ਪਿੰਡ ਦੇ ਵਿੱਚ ਕਾਫੀ ਬੱਚੇ ਨੇ ਜਿਹੜੇ ਮਤਲਬ ਕਿ ਖੇਡਾਂ 'ਚ ਰੁਝਾਨ ਰੱਖਦੇ ਆ। ਬਾਕੀ ਇਹ ਹੈ ਵੀ ਆਰਮੀ ਦੇ ਵਿੱਚ ਕਾਫੀ ਨੌਜਵਾਨ ਸਾਡੇ ਜਿਹੜੇ ਹੋਏ ਦੇ ਆ ਔਰ ਕਾਫੀ ਇੰਟਰਸਟ ਰੱਖਦੇ ਆ। ਬਾਕੀ ਨਸ਼ੇ ਪ੍ਰਤੀ ਬਹੁਤ ਘੱਟੀ ਹੈ। ਸਰਪੰਚ ਸਾਹਿਬ ਤੁਹਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਵੀ ਜਿਹੜੇ ਪਿਛਲੇ ਦਿਨ ਤੁਸੀਂ ਵੇਖਿਆ ਕਿ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਕਿਸਾਨ ਅਗੇਂਸਟ ਬਿੱਲ, ਤੇ ਪੰਜਾਬ ਭਰ ਦੇ ਕਿਸਾਨ ਇਹਦਾ ਡਟ ਕੇ ਵਿਰੋਧ ਕਰ ਰਹੇ ਨੇ। ਹਾਂਜੀ। ਤੇ ਤੁਸੀਂ ਇਸ ਬਿੱਲ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਤੁਸੀਂ ਕਿਸਾਨਾਂ ਦੇ ਨਾਲ ਹੋ ਜਾਂ ਸਰਕਾਰ ਨੇ ਜੋ ਇਹ ਬਿੱਲ ਪਾਸ ਕੀਤਾ ਤੁਹਾਡੇ ਸਾਹਮਣੇ ਸਹੀ ਹੈ? ਦੇਖੋ ਜੀ, ਸਰਕਾਰ ਨੇ ਜੋ ਕੀਤਾ ਹੈ ਬਿਲਕੁਲ ਗਲਤ ਕੀਤਾ ਜੀ। ਇਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਜੀ। ਕਿਉਂਕਿ ਕਿਸਾਨ ਤੇ ਇੱਕ ਅੱਗੇ ਹੀ ਇਦਾਂ ਦਾ ਇਨਸਾਨ ਹੈ ਕਿ ਇਹਨੇ ਜਿੰਨੀ ਕਮਾਣੀ ਹੈ ਤੇ ਉਹਦੇ ਉੱਤੇ ਸਾਰੇ ਖਰਚੇ ਹੁੰਦੇ ਆ ਇਹਦੇ ਜੀ ਵਿੱਚ। ਸਰ। ਠੀਕ ਹੈ ਜੀ। ਕਿਸਾਨ ਨੂੰ ਹਰ ਪੱਖੋਂ ਮਤਲਬ ਕਿ ਖਾਣ ਵਾਲਾ ਹੀ ਟੱਕਰਦਾ ਜਿਹੜਾ ਵੀ ਹੁੰਦਾ ਜੀ। ਕਿਉਂਕਿ ਇਹਦੇ ਖਰਚੇ ਬਹੁਤ ਹੁੰਦੇ ਆ ਔਰ ਜਿੰਨੀ ਕੁ ਇਹ ਆਪਣੀ ਮਿਹਨਤ ਕਰਦਾ ਉਹਦੀ ਮਿਹਨਤ ਪੂਰੀ ਨਹੀਂ ਹੋ ਸਕਦੀ। ਜੀ। ਬਾਕੀ ਉਹਦੀ ਮਿਹਨਤ ਦੇ ਨਾਲ ਜਿਹੜਾ ਪੂਰਾ ਗੁਜ਼ਾਰਾ ਨਹੀਂ ਕਰ ਸਕਦਾ ਹੈ। ਜੀ। ਔਰ ਜਿਹੜੇ ਹੁਣ ਇਹ ਬਿੱਲਾਂ ਦਾ ਨਾ ਚੱਕਰ ਚਲਾਤਾ ਜੀ। ਇਹਦੇ ਵਿੱਚ ਤੇ ਬਿਲਕੁਲ ਹੀ ਕੰਮ ਜਿਹੜਾ ਇਹ ਕਿਸਾਨ ਦੇ ਬਿਲਕੁਲ ਹੀ ਉਲਟ ਹੋ ਗਿਆ। ਜੀ। ਮੈਂ ਇਸ ਗੱਲ ਨੂੰ ਬਿਲਕੁਲ ਜਿਹੜਾ ਉਹ ਪਸੰਦ ਨਹੀਂ ਕਰਦਾ। ਜੀ। ਨਾ ਹੀ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਜੀ। ਕਿ ਕਿਸਾਨਾਂ ਦਾ ਸਾਥ ਦੇ ਰਹੇ ਪੂਰਾ? ਬਿਲਕੁਲ ਬਿਲਕੁਲ ਕਿਸਾਨਾਂ ਦਾ ਸਾਥ ਦੇਵਾਂਗੇ। ਜੀ। ਔਰ ਮੈਂ ਖੁਦ ਵੀ ਕਿਸਾਨ ਹਾਂ ਜੀ। ਤੇ ਸਾਨੂੰ ਪਤਾ ਕਿ ਕਿਸਾਨੀ ਦੇ ਵਿੱਚੋਂ ਕੀ ਲੱਭਦਾ ਹੈਗਾ। ਕਿੰਨੀਆਂ ਹੁਣ ਤੁਸੀਂ ਸਾਲ ਲਓ ਤੇ ਪਰਾਲੀ ਨਹੀਂ ਸਾੜਨੀ। ਜੀ। ਜੁਰਮਾਨਾ ਲਗਾ ਰਹੇ ਪਰਾਲੀ ਦੇ। ਹਾਂਜੀ। ਜੀ। ਤੇ ਜੇ ਸਾੜਦੇ ਨੇ ਤੇ ਉਹਨਾਂ ਦੇ ਮਤਲਬ ਕਿ ਜੁਰਮਾਨਾ ਕੀਤਾ ਜਾਂਦਾ ਹੈ। ਤੇ ਇਹ ਦੇਖੋ ਇੰਨੇ ਖਰਚੇ ਪੈਂਦੇ ਨੇ, ਕਿਸਾਨ ਨੇ ਕਿੱਥੋਂ ਕੱਢਣੇ? ਜੀ। ਕਿ ਕਿਸਾਨ ਖੁਦਕੁਸ਼ੀਆਂ ਕਰਦੇ ਆ। ਕਿਉਂ ਕਰਦੇ ਆ? ਕਿਉਂਕਿ ਉਹਨਾਂ ਦੇ ਜਿਹੜੇ ਖਰਚੇ ਨੇ ਉਹ ਪੂਰੇ ਨਹੀਂ ਹੋ ਸਕਦੇ, ਜਿਸ ਕਾਰਨ ਉਹ ਖੁਦਕੁਸ਼ੀ ਕਰਦੇ ਆ। ਜੀ। ਬਾਕੀ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹ ਆਪਣੀ ਜਾਨ ਨੂੰ ਗਵਾੜੇ। ਜੀ।
ਜਦੋਂ ਵੀ ਕੋਈ ਜਾਨ ਗਵਾਉਂਦਾ ਤੇ ਉਹ ਮਜਬੂਰ ਹੋ ਕੇ ਗਵਾਉਂਦਾ ਜੀ। ਉਹਦਾ ਮਤਲਬ ਆਪਣੇ ਮਨ ਤੋਂ ਬਾਹਰ ਹੋਈ ਦੀ ਗੱਲ ਤੇ ਨਹੀਂ ਕਰਦਾ, ਨਹੀਂ ਤੇ ਕਿਸੇ ਦਾ ਵੀ ਦਿਲ ਨਹੀਂ ਕਰਦਾ ਵੀ ਆਪਣੀ ਜਾਨ ਗਵਾਉਂਦਾ। ਤੇ ਸਰਪੰਚ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਆਪਣੀ ਮੋਦੀ ਸਰਕਾਰ ਹੈ, ਬੀਜੇਪੀ ਸਰਕਾਰ ਹੈ, ਸੈਂਟਰ ਦੀ ਸਰਕਾਰ ਹੈ, ਉਹ ਤੁਹਾਡੇ ਨਜ਼ਰੀਏ ਦੇ ਵਿੱਚ ਕਿਹੋ ਜਿਹਾ ਕੰਮ ਕਰ ਰਹੀ ਹੈ? ਦੇਖੋ ਜੀ, ਜਿਹੜੀ ਸੈਂਟਰ ਦੀ ਸਰਕਾਰ ਹੈ ਜੀ ਉਹ ਵੀ ਕੁਛ ਹਾਲ ਤੇ ਕੰਮ ਠੀਕ ਕਰਨ ਲਈ ਹੈ, ਪਰ ਜਿਹੜੇ ਇਹ ਕਿਸਾਨਾਂ ਦੇ ਬਾਰੇ ਗੱਲ ਕੀਤੀ ਹੈ ਬਿਲਕੁਲ ਗਲਤ ਗੱਲ ਹੈ, ਇਹਨੂੰ ਮੈਂ ਬਰਦਾਸ਼ਤ ਨਹੀਂ ਕਰਾਂਗਾ। ਜੀ। ਇਹ ਬਿਲਕੁਲ ਹੀ ਉਲਟ ਗੱਲ ਕੀਤੀ ਉਹਨਾਂ ਜਿਹੜੀ ਕੀਤੀ। ਤੇ ਤੁਸੀਂ ਮੋਦੀ ਸਰਕਾਰ ਨੂੰ 10 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ? ਹਾਂਜੀ, 10 ਦੇ ਵਿੱਚੋਂ ਕਿੰਨੇ ਨੰਬਰ ਦੋਗੇ ਤੁਸੀਂ ਆਪਣੇ ਹਿਸਾਬ ਦੇ ਨਾਲ? ਹੁਣ ਅਸੀਂ ਕੀ ਅੰਦਾਜ਼ਾ ਲਾ ਸਕਦੇ ਹਾਂ ਜੀ? ਤੁਸੀਂ ਵੇਖ ਸਕਦੇ ਹੋ ਪੂਰੇ ਆਪਣੇ ਦੇਸ਼ ਦੇ ਵਿੱਚ ਕਿਵੇਂ ਦਾ ਕੰਮ ਕਰ ਰਹੇ ਨੇ, ਤੁਹਾਡੇ ਏਰੀਆ ਦੇ ਵਿੱਚ ਕਿਵੇਂ ਦਾ ਕੰਮ ਹੈ, ਤੁਹਾਡੇ ਪੰਜਾਬ ਦੇ ਵਿੱਚ ਕਿਵੇਂ ਦਾ ਕੰਮ ਹੈ, ਤੁਸੀਂ ਉਸ ਦੇ ਹਿਸਾਬ ਨਾਲ ਸਾਡੇ ਮਤਲਬ ਕਿ ਜਿਹੜੇ ਦੇਖ ਰਹੇ ਦਰਸ਼ਕ ਹੈਗੇ ਨਾ, ਦੱਸੋ ਕਿ 10 ਦੇ ਵਿੱਚੋਂ ਤੁਹਾਡੇ ਹਿਸਾਬ ਨਾਲ ਕਿੰਨੇ ਨੰਬਰ ਦਿੱਤੇ ਜਾਣ ਮੋਦੀ ਸਰਕਾਰ ਨੂੰ? ਦੋ ਦੀ ਕਰ ਦਿਓ ਜੀ। 5 ਨੰਬਰ ਦਿਓ ਤੁਸੀਂ। ਠੀਕ ਹੈ ਸਰ। ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਦੱਸਣਾ ਚਾਹੋਗੇ ਕਿ ਕੀ ਹੋਰ ਪ੍ਰੋਬਲਮਸ ਨੇ ਤੁਹਾਡੇ ਪਿੰਡ ਦੇ ਲੋਕਾਂ ਦੀਆਂ, ਜਿਨ੍ਹਾਂ ਨੂੰ ਤੁਸੀਂ ਸੁਲਝਾਉਣ ਦੇ ਲਈ ਸਰਕਾਰ ਦੇ ਅੱਗੇ ਕੋਸ਼ਿਸ਼ ਕਰ ਰਹੇ ਹੋ, ਆਪਣੀਆਂ ਮੰਗਾਂ ਰੱਖ ਰਹੇ ਹੋ? ਦੇਖੋ ਜੀ, ਮੰਗਾਂ ਸਾਡੀਆਂ ਇਹ ਹੈਗੀਆਂ, ਅਸੀਂ ਤੇ ਆਪਣੀ ਪਰਸਨਲ ਮੰਗ ਕੋਈ ਨਹੀਂ ਰੱਖਾਂਗੇ ਜੀ। ਅਸੀਂ ਸਾਂਝੇ ਤੌਰ ਤੇ ਮੰਗ ਰੱਖਾਂਗੇ ਕਿ ਜਿਹੜਾ ਤੇ ਸਾਡਾ ਇਹ ਲਿੰਕ ਰੋਡ ਹੈਗਾ ਜੀ ਨੰਗਲ ਤੋਂ ਮੀਰਥਲ ਤੱਕ, ਜੀ ਇਹ ਬਹੁਤ ਹੀ ਟੁੱਟਿਆ ਫੁੱਟਿਆ ਹੈਗਾ ਜੀ ਇਹਦੀ ਜਲਦੀ ਤੋਂ ਜਲਦੀ ਹੈ ਜਿਹੜੀ ਮੇਨਟੇਨ ਕੀਤੀ ਜਾਏ। ਜੀ। ਸੜਕ ਜਿਹੜੀ ਹੈ ਇਹਨੂੰ ਚੰਗੇ ਢੰਗ ਨਾਲ ਤਰੀਕੇ ਨਾਲ ਬਣਾਇਆ ਜਾਏ ਜੀ ਤੇ ਫਿਰ ਇਹਦੇ ਤੇ ਲੁੱਕ ਪਾਈ ਜਾਏ ਤਾਂ ਕਿ ਕੋਈ 5-7 ਸਾਲ ਜਿਹੜੀ ਚੰਗੇ ਕੱਢ ਜਾਏ। ਜੀ ਤੇ ਜੇ ਨਾ ਮਾਤਰ ਕਰਨਾ ਤੇ ਉਹਦਾ ਤੇ ਫਾਇਦਾ ਕੋਈ ਨਹੀਂ ਹੈਗਾ। ਜੀ ਫਸਟ ਨੰਬਰ ਤੇ ਇਹ ਬਣਾਈ ਜਾਏ। ਜੀ ਨੰਬਰ 2 ਤੇ ਆ ਕਿ ਸਾਡੇ ਮਤਲਬ ਕਿ ਕੋਈ ਵੀ ਇੱਥੇ ਮਤਲਬ ਕਿ ਹਸਪੀਟਲ ਹੈ ਜਿਹੜਾ ਜੀ। ਉਹ ਕੋਈ ਠੀਕ ਨਹੀਂ ਹੈਗਾ, ਜੀ। ਹੈ ਹੀ ਨਹੀਂ ਹੈ। ਜੀ। ਠੀਕ ਨਹੀਂ, ਕੋਈ ਮਤਲਬ ਨਹੀਂ। ਸਾਡੇ ਘਿਆਲੇ ਜਿਹੜੀ ਹੈ ਇੱਕ ਛੋਟਾ ਜਿਹਾ ਬਣਿਆ ਡਿਸਪੈਂਸਰੀ ਬਣੀ ਆ ਉਹ, ਪਰ ਉਹਦੇ ਵਿੱਚ ਵੀ ਕੋਈ ਜ਼ਿਆਦਾ ਬੈੱਡ ਨਹੀਂ ਹੈਗੇ, ਨਾ ਹੀ ਕੋਈ ਮੌਕੇ ਦਾ ਉੱਥੇ ਕੋਈ ਚੀਜ਼ ਮਿਲਦੀ ਹੈਗੀ ਆ, ਜੀ ਜਿਸ ਦੇ ਕਾਰਨ ਸਾਨੂੰ ਬੜੀ ਭਗਦੌੜ ਜਿਹੜੀ ਆ ਕਰਨੀ ਪੈਂਦੀ ਹੈ ਤੇ ਸਾਨੂੰ ਬਾਹਰ ਹੀ ਜਾਣਾ ਪੈਂਦਾ, ਜੀ ਦੂਸਰੇ ਮਤਲਬ ਹਸਪੀਟਲਾਂ ਦੇ ਵਿੱਚ ਜਾਣਾ ਪੈਂਦਾ। ਇਸ ਕਾਰਨ ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਕਿ ਇੱਥੇ ਹਸਪੀਟਲ ਜਾਂ ਤੇ ਹੋਰ ਥੋੜਾ ਵਧੀਆ ਕੀਤਾ ਜਾਏ, ਜੀ। ਹੋਰ ਬੈੱਡ ਵਧਾਏ ਜਾਣ ਤੇ ਚੰਗੇ ਤਰੀਕੇ ਦੇ ਨਾਲ ਇੱਥੇ ਜਿਹੜਾ ਹੋਰ ਸਟਾਫ ਵੀ ਜਿਹੜਾ, ਤਾਂ ਕਿ 24 ਘੰਟੇ ਦਾ ਜਿਹੜਾ ਸਟਾਫ ਹੈ ਇੱਥੇ ਮਿਲੇ। 24 ਘੰਟੇ ਦੇ ਵਿੱਚ ਕਿਸੇ ਵੀ ਟਾਈਮ ਤੇ ਬੰਦੇ ਨੂੰ ਜਿਹੜੀ ਆ ਜ਼ਰੂਰਤ ਪੈ ਸਕਦੀ ਹੈ, ਡਿਲੀਵਰੀ ਕੇਸ ਹੈ ਵਗੈਰਾ ਕੁਝ ਵੀ, ਜਾਂ ਕੋਈ ਐਕਸੀਡੈਂਟ ਕੇਸ ਹੋ ਜਾਂਦਾ ਜੀ। ਅਚਾਨਕ ਜਿਹੜਾ ਸਾਨੂੰ ਅੱਗੇ ਪਿੱਛੇ ਜਾਣਾ ਪੈਂਦਾ, ਉਹਦੇ ਵਾਸਤੇ ਅਸੀਂ ਇਹ ਵੀ ਮੰਗ ਕਰਾਂਗੇ ਕਿ ਜੀ। ਸਾਡੇ ਘਿਆਲੇ ਦੇ ਵਿੱਚ ਹੀ ਬਣਾਈ ਹੈ ਜਾਂ ਕੋਈ ਹੋਰ ਜਗ੍ਹਾ ਜੇ ਇਸ ਤੋਂ ਵੀ ਖੁੱਲ੍ਹਾ ਬਣਾਇਆ ਜਾਏ। ਜੀ ਸਰ। ਜਾਂਦੇ ਜਾਂਦੇ ਸਰਪੰਚ ਸਾਹਿਬ, ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਤਾਂ ਲੈ ਕੇ ਜ਼ਰੂਰ ਦਿਓ। ਸੰਦੇਸ਼ ਤੇ ਮੇਰਾ ਇਹੀ ਹੈ ਕਿ ਮੈਂ ਇਹੀ ਸਾਰਿਆਂ ਅੱਗੇ ਦੁਆ ਕਰਾਂਗਾ ਕਿ ਜਿਹੜੇ ਜਿਸ ਬੰਦੇ ਨੂੰ ਵੀ ਜਿੱਥੇ ਵੀ ਆਪਣੇ ਟਿਕਾਣੇ ਮਿਲੇ ਨਾ, ਚਾਹੇ ਉਹ ਸਰਕਾਰੀ ਨੌਕਰੀ ਹੈ, ਚਾਹੇ ਕੋਈ ਪ੍ਰਾਈਵੇਟ ਨੌਕਰੀ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਕੋਈ ਵੀ ਹੈ ਜੀ ਉਹ ਆਪਣੀ ਮਿਹਨਤ ਦੇ ਨਾਲ, ਆਪਣੇ ਸੁਚੱਜੇ ਢੰਗ ਦੇ ਨਾਲ ਜੀ 9-10 ਦੀ ਕਮਾਈ ਕਰਕੇ ਤੇ ਜਿਹੜਾ ਵੀ ਹੈ ਉਹ ਮਤਲਬ ਕਿ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਕਿ ਉਹਦੇ ਵਿੱਚ ਕੋਈ ਅਣਗਹਿਲੀ ਨਾ ਹੋਵੇ ਜੀ ਤੇ ਤਾਂ ਹੀ ਜਿਹੜਾ ਦੇਸ਼ ਹੈ ਜਿਹੜਾ ਸਾਡਾ ਜਿਹੜਾ ਉਹ ਮਤਲਬ ਕਿ ਕਾਮਯਾਬ ਹੋਏਗਾ। ਜੇਕਰ ਅਸੀਂ ਆਪਣੇ ਦਿਲਾਂ ਦੇ ਵਿੱਚ ਅੰਦਰੂਨੀਆਂ ਗੱਲਾਂ ਜਿਹੜੀਆਂ ਨਾ ਉਹਨਾਂ ਨੂੰ ਮਤਲਬ ਕਿ ਆਪਣੇ ਮਨ ਚੋਂ ਕਪਟ ਕੱਢ ਕੇ ਕੰਮ ਕਰੀਏ, ਜਿਹੜਾ ਵੀ ਕਰੀਏ, ਜੇ ਨੌਕਰੀ ਕਰਨੀ ਉਹ ਵੀ ਕਰੀਏ, ਜੇ ਕੋਈ ਹੋਰ ਵੀ ਕੰਮ ਕਰਨਾ ਤੇ ਅਸੀਂ ਸੱਚੇ ਦਿਲ ਨਾਲ ਕਰੀਏ। ਔਰ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਬਿਲਕੁਲ ਬੱਚੇ ਨਹੀਂ ਜਾਣੇ ਚਾਹੀਦੇ, ਖੇਡਾਂ ਦੇ ਵੱਲ ਧਿਆਨ ਦੇਣ ਤੇ ਚੰਗੀਆਂ ਪੋਸਟਾਂ ਤੇ ਪੜ੍ਹ ਲਿਖ ਕੇ ਜੀ। ਤੇ ਚੰਗੇ ਟਿਕਾਣੇ ਤੇ ਲੱਗਣ। ਬਾਕੀ ਜਿਹੜੀਆਂ ਅੱਜ ਕੱਲ੍ਹ ਦੀਆਂ ਮਤਲਬ ਕਿ ਆ ਰਹੀਆਂ ਛੋਟੀਆਂ ਲੜਕੀਆਂ ਜਾਂ ਵੱਡੀਆਂ ਕੁਛ ਵੀ ਹੈ, ਇਹਨਾਂ ਦਾ ਸਨਮਾਨ ਕੀਤਾ ਜਾਵੇ। ਜੀ ਜਿਹੜੀ ਭਰੂਣ ਹੱਤਿਆ ਇਹ ਨਹੀਂ ਕੀਤੀ ਜਾਵੇ। ਜੀ ਤੇ ਮੈਂ ਤੇ ਇਹੀ ਅਰਜ਼ ਕਰਾਂਗਾ ਕਿ ਸਾਰੇ ਆਪਣੀ ਆਪਣੀ ਸੋਚ ਦੇ ਮੁਤਾਬਕ ਜਿਹੜਾ ਸਹੀ ਤਰੀਕੇ ਦੇ ਨਾਲ ਕੰਮ ਕਰਨ ਜੀ ਤੇ ਤਾਂ ਕਿ ਜਿਹੜਾ ਸਾਡਾ ਦੇਸ਼ ਜਿਹੜਾ ਸਹੀ ਖੁਸ਼ਹਾਲੀ ਆਪਣੇ ਜੀਵਨ ਦੇ ਨਾਲ। ਸਰਪੰਚ ਸਾਹਿਬ ਪ੍ਰੀਤਮ ਚੰਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਪ੍ਰੋਗਰਾਮ ਰਾਹੀਂ ਸਾਡੇ ਦਰਸ਼ਕਾਂ ਨਾਲ ਜੁੜੇ। ਦਰਸ਼ਕੋ, ਸਾਡੇ ਨਾਲ ਸੀ ਪਿੰਡ ਫੁੱਲੜਾ ਦੇ ਬਹੁਤ ਹੀ ਕਾਬਿਲ ਸਰਪੰਚ ਸ਼੍ਰੀ ਪ੍ਰੀਤਮ ਚੰਦ ਜੀ।
ਇਸ ਪ੍ਰੋਗਰਾਮ ਰਾਹੀਂ ਅਸੀਂ ਫਿਰ ਤੁਹਾਡੇ ਨਾਲ ਜੁੜਾਂਗੇ ਇੱਕ ਨਵੇਂ ਪਿੰਡ ਦੇ ਸਰਪੰਚ ਜਾਂ ਕਿਸੇ ਹੋਰ ਵਧੀਆ ਨੇਤਾ ਦੇ ਨਾਲ। ਤਦ ਤੱਕ ਦੇ ਲਈ ਨਮਸਕਾਰ।